ਤੁਸੀਂ ਸ੍ਰੀ ਹਰਮੰਦਰ ਸਾਹਿਬ ਵਾਸਤੇ ਜਿਹੜਾ ਲੰਗਰ ਇਕੱਠਾ ਕਰ ਰਹੇ ਹੋ, ਅਨਾਜ ਇਕੱਠਾ ਕਰ ਰਹੇ ਹੋ, ਕਿੱਦਾਂ ਦਾ ਰਿਸਪੌਂਸ ਤੁਹਾਨੂੰ ਪਹਿਲਾਂ ਸ਼ਹਿਰ ਦੇ ਵਿੱਚ ਮਲੇਰਕੋਟਲੇ ਦੇ ਵਿੱਚੋਂ ਆਇਆ ਤੇ ਹੁਣ ਤੁਸੀਂ ਪਿੰਡ-ਪਿੰਡ ਵੀ ਜਾ ਰਹੇ ਹੋ। ਅੱਜ ਜੁਮੇ ਵਾਲੇ ਦਿਨ ਮਸਜਿਦ ਦੇ ਵਿੱਚ ਤੁਸੀਂ ਕੀ ਦੱਸ ਰਹੇ ਹੋ? ਪਿੰਡਾਂ 'ਚ ਜਾ ਕੇ ਮੁਸਲਮਾਨਾਂ ਕੋਲੋਂ ਔਰ ਸ਼ਹਿਰ 'ਚੋਂ ਵੀ ਮੁਸਲਮਾਨਾਂ ਕੋਲੋਂ ਅਨਾਜ ਇਕੱਠਾ ਕਰ ਰਹੇ ਹਾਂ, ਕਣਕ ਵਗੈਰਾ, ਤਾਂ ਕਿ ਅਸੀਂ ਹਰਿਮੰਦਰ ਸਾਹਿਬ ਦੇ ਲੰਗਰ ਵਾਸਤੇ ਉਹਨੂੰ ਭੇਜਿਆ ਜਾ ਸਕੇ। ਮੁਸਲਮਾਨ ਦੀ ਸੋਚਦਾ ਹੈ, ਸਿੱਖ ਦੀ ਸੋਚਦਾ ਹੈ, ਔਰ ਹਿੰਦੂ ਹੈ ਜਿਹੜਾ ਉਹ ਹਿੰਦੂ ਮਜ਼ਹਬ ਲਈ ਸੋਚਦਾ। ਪਰ ਕਿਹੋ ਜਿਹਾ ਰਿਸਪੌਂਸ ਆਉਂਦਾ ਜਦੋਂ ਤੁਸੀਂ ਮਸਜਿਦਾਂ ਦੇ ਵਿੱਚ ਜਾ ਕੇ ਹਰਿਮੰਦਰ ਸਾਹਿਬ ਦੀ ਗੱਲ ਕਰਦੇ ਹੋ? ਕੁਰਾਨ ਵਿੱਚ ਜਿਹੜੀ ਜਗ੍ਹਾ ਨਾ ਯਾ ਅਯੁਹਨ ਨਾਸ ਕਹਿ ਕੇ ਸੰਬੋਧਨ ਕੀਤਾ ਗਿਆ ਹੈ, ਇਨਸਾਨੋ, ਇਹ ਲੋਕੋ। ਉੱਥੇ ਮੁਸਲਮਾਨਾਂ ਦੀ ਗੱਲ ਨਹੀਂ ਕੀਤੀ ਗਈ। ਹਰਿਮੰਦਰ ਸਾਹਿਬ ਵੱਲੋਂ ਇੱਕ ਅਪੀਲ ਆਈ ਸੀ ਕਿ ਹਰਿਮੰਦਰ ਸਾਹਿਬ ਦੇ ਲੰਗਰ ਲਈ ਅਨਾਜ ਦੀ ਲੋੜ ਹੈ, ਕਿਉਂਕਿ ਲਾਕਡਾਊਨ ਕਰਕੇ ਉੱਥੇ ਅਨਾਜ ਨਹੀਂ ਪਹੁੰਚ ਸਕਿਆ ਤੇ ਸਿੱਖ ਭਾਈਚਾਰਾ ਦਾ ਕਰ ਰਿਹਾ ਸੀ। ਉਹੀ ਇਨਸਾਨੀ ਦੇ ਨਾਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਇਸ ਭੀੜ ਸਮੇਂ, ਇਸ ਲੋੜ ਸਮੇਂ ਅਸੀਂ ਉਹਨਾਂ 'ਚ ਆਪਣੀ ਹਾਜ਼ਰੀ ਲਵਾਈਏ। ਤੁਹਾਡੀਆਂ ਜਿਹੜੀਆਂ ਗੱਲਾਂ ਸੁਣ ਕੇ ਮੈਨੂੰ ਨਵਾਬ ਮਲੇਰਕੋਟਲਾ ਦੀ ਵੀ ਯਾਦ ਆ ਗਈ, ਕਿਉਂਕਿ ਉਹ ਵੀ ਹਰੇਕ ਸਾਲ ਜਦੋਂ ਤੱਕ ਜਿਉਂਦੇ ਰਹੇ ਨੇ ਹਰਿਮੰਦਰ ਸਾਹਿਬ ਦੇ ਲੰਗਰ ਦੇ ਲਈ ਅਨਾਜ ਭੇਜਦੇ ਰਹੇ ਨੇ। ਇਹ ਦੱਸ ਰਹੇ ਆ ਕਿ ਵੀ ਅਸੀਂ ਹਰਿਮੰਦਰ ਸਾਹਿਬ ਵਾਲੇ ਅਨਾਜ ਭੇਜਣਾ, ਜਿੱਥੇ ਕਿ ਸਾਰੇ ਲੋਕਾਂ ਲਈ ਲੰਗਰ ਲਾਇਆ ਜਾਂਦਾ ਹੈ ਤੇ ਮੁਸਲਮਾਨ ਬੜੇ ਖੁਸ਼ ਨੇ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਸ਼ੁੱਕਰਵਾਰ ਦੇ ਦਿਨ ਨੂੰ ਮੁਸਲਮਾਨ ਭਾਈਚਾਰੇ ਲਈ ਬੜਾ ਪਵਿੱਤਰ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਵੱਡੀ ਗਿਣਤੀ 'ਚ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਉਹ ਮਸਜਿਦ ਦੇ ਵਿੱਚ ਇਕੱਠੇ ਹੁੰਦੇ ਨੇ। ਅੱਜ ਵੀ ਬੜਾ ਖਾਸ ਦਿਨ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਮੁਹੰਮਦ ਨਸੀਰ ਨੇ ਇੱਕ ਬੜਾ ਹੀ ਨਵੇਕਲਾ ਉੱਦਮ ਜਿਹੜਾ ਉਹ ਕਰਨ ਲੱਗੇ ਹੋਏ ਨੇ, ਕਿਉਂਕਿ ਅੱਜ ਬੜਾ ਖਾਸ ਦਿਨ ਇਸ ਲਈ ਵੀ ਹੈ ਕਿਉਂਕਿ ਡਾਕਟਰ ਮੁਹੰਮਦ ਨਸੀਰ ਜਿਹੜੇ ਕਿ ਸਿੱਖ ਮੁਸਲਿਮ ਸਾਂਝਾਂ ਦੇ ਲਈ ਜਾਣੇ ਜਾਂਦੇ ਨੇ, ਜੁਮੇ ਵਾਲੇ ਦਿਨ ਮਸਜਿਦਾਂ ਦੇ ਵਿੱਚ ਜਾ ਕੇ ਹਰਿਮੰਦਰ ਸਾਹਿਬ ਦੇ ਲਈ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਉਸ ਦੇ ਲਈ ਉਹ ਅਨਾਜ ਇਕੱਠਾ ਕਰਨ ਲਈ ਮੁਸਲਮਾਨ ਭਾਈਚਾਰੇ ਦੇ ਵਿੱਚ ਮਸਜਿਦ ਜਾ ਰਹੇ ਨੇ। ਸ਼ਹਿਰ ਦੇ ਵਿੱਚ ਵੀ ਇਹਨਾਂ ਨੇ, ਮਲੇਰਕੋਟਲਾ ਸ਼ਹਿਰ ਦੇ ਵਿੱਚ ਵੀ ਇਹਨਾਂ ਨੇ ਅਨਾਜ ਇਕੱਠਾ ਕੀਤਾ ਹੈ ਹਰਿਮੰਦਰ ਸਾਹਿਬ ਵਾਸਤੇ। ਅੱਜ ਉਸ ਤੋਂ ਬਾਅਦ ਉਹ ਪਿੰਡ ਜਾ ਰਹੇ ਨੇ ਅਤੇ ਪਿੰਡ ਜਾ ਕੇ ਜਿਹੜਾ ਹਰਿਮੰਦਰ ਸਾਹਿਬ ਦੀ ਲੰਗਰ ਦੇ ਲਈ ਉਹ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਨੇ, ਕਿਉਂਕਿ ਸਿੱਖ ਮੁਸਲਿਮ ਸਾਂਝਾਂ ਦਾ ਬੜਾ ਲੰਮਾ ਇਤਿਹਾਸ ਹੈ। ਤਸਵੀਰਾਂ ਇਸ ਵੇਲੇ ਫਰਵਾਹੀ, ਮਲੇਰਕੋਟਲਾ ਦੇ ਨੇੜੇ ਲੱਗਦਾ ਪਿੰਡ ਫਰਵਾਹੀ ਦੀਆਂ ਨੇ, ਜਿੱਥੇ ਡਾਕਟਰ ਮੁਹੰਮਦ ਨਸੀਰ ਇਸ ਵੇਲੇ ਜਿਹੜੇ ਪਿੰਡ ਦੇ ਮੌਤਬਰ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਿੱਖ ਮੁਸਲਿਮ ਸਾਂਝਾਂ ਬਾਰੇ ਜਿੱਥੇ ਜਾਗਰੂਕ ਕਰ ਰਹੇ ਨੇ, ਤਾਂ ਉੱਥੇ ਨਾਲ ਦੀ ਨਾਲ ਲੋਕ ਵੀ ਬੜੇ ਰੁਚੀ ਦੇ ਨਾਲ ਜਿਹੜੀਆਂ ਡਾਕਟਰ ਮੁਹੰਮਦ ਨਸੀਰ ਦੀਆਂ ਗੱਲਾਂ ਸੁਣ ਰਹੇ ਨੇ। ਡਾਕਟਰ ਸਾਹਿਬ ਮਾफ़ ਕਰਨਾ ਜੀ ਪਹਿਲਾਂ, ਪਰ ਕਿਉਂਕਿ ਜ਼ਰੂਰੀ ਸੀ। ਅੱਜ ਤੁਸੀਂ ਇੱਥੇ ਆਏ ਹੋ, ਕਿਹੋ ਜਿਹਾ ਲੋਕਾਂ ਦਾ ਹੁੰਗਾਰਾ ਰਿਹਾ? ਤੁਸੀਂ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਜਿਹੜਾ ਲੰਗਰ ਇਕੱਠਾ ਕਰ ਰਹੇ ਹੋ, ਅਨਾਜ ਇਕੱਠਾ ਕਰ ਰਹੇ ਹੋ, ਕਿੱਦਾਂ ਦਾ ਰਿਸਪੌਂਸ ਤੁਹਾਨੂੰ ਪਹਿਲਾਂ ਸ਼ਹਿਰ ਦੇ ਵਿੱਚ ਮਲੇਰਕੋਟਲੇ ਦੇ ਵਿੱਚੋਂ ਆਇਆ ਤੇ ਹੁਣ ਤੁਸੀਂ ਪਿੰਡ ਵੀ ਜਾ ਰਹੇ ਹੋ? ਅੱਜ ਜੁਮੇ ਵਾਲੇ ਦਿਨ ਮਸਜਿਦ ਦੇ ਵਿੱਚ ਤੁਸੀਂ ਕੀ ਦੱਸ ਰਹੇ ਹੋ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਸੰਸਾਰ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਈਸ਼ਵਰ, ਲਾਰਡ, ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ। ਔਰ ਇਸਲਾਮ ਵੀ ਦੱਸਦਾ ਹੈ ਕਿ ਅੱਲਾ ਦੇ ਬਹੁਤ ਸਾਰੇ ਸੋਹਣੇ ਨਾਮ ਨੇ, ਤੁਸੀਂ ਉਹਨੂੰ ਕਿਸੇ ਵੀ ਨਾਮ ਨਾਲ ਯਾਦ ਕਰ ਸਕਦੇ ਹੋ। ਅਤੇ ਇਸ ਕਰਕੇ ਸੰਸਾਰ ਦੇ ਜਿਹੜੇ ਸਾਰੇ ਲੋਕ ਨੇ ਉਹ ਇੱਕ ਰੱਬ ਦੀ ਮਖਲੂਕ ਹੈ, ਇੱਕ ਰੱਬ ਦੀ ਰਚਨਾ ਹੈ ਜੀ। ਅਤੇ ਇਸ ਕਰਕੇ ਆਪਸ ਵਿੱਚ ਭਰਾ ਨੇ ਅਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਵੀ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਤਾਂ ਉਸ ਜ਼ਰੂਰਤ 'ਤੇ ਕੰਮ ਆਉਣ ਜੀ। ਪਿਛਲੇ ਦਿਨਾਂ 'ਚੋਂ ਹਰਿਮੰਦਰ ਸਾਹਿਬ ਵੱਲੋਂ ਇੱਕ ਅਪੀਲ ਆਈ ਸੀ ਕਿ ਹਰਿਮੰਦਰ ਸਾਹਿਬ ਦੇ ਲੰਗਰ ਲਈ ਅਨਾਜ ਦੀ ਲੋੜ ਹੈ, ਕਿਉਂਕਿ ਲਾਕਡਾਊਨ ਕਰਕੇ ਉੱਥੇ ਅਨਾਜ ਨਹੀਂ ਪਹੁੰਚ ਸਕਿਆ ਤੇ ਸਿੱਖ ਭਾਈਚਾਰਾ ਦਾ ਕਰ ਰਿਹਾ ਸੀ। ਉਹੀ ਇਨਸਾਨੀ ਦੇ ਨਾਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਅਸੀਂ ਇਸ ਭੀੜ ਸਮੇਂ, ਇਸ ਲੋੜ ਸਮੇਂ ਅਸੀਂ ਉਹਨਾਂ 'ਚ ਆਪਣੀ ਹਾਜ਼ਰੀ ਲਵਾਈਏ। ਉਸੇ ਸੰਬੰਧ ਵਿੱਚ ਅਸੀਂ ਮਲੇਰਕੋਟਲੇ ਅਤੇ ਆਲੇ ਦੁਆਲੇ ਜਿਹੜੇ ਮੁਸਲਿਮ ਪਿੰਡ ਨੇ ਉਹਨਾਂ ਵਿੱਚ ਖਾਸ ਤੌਰ 'ਤੇ ਅਸੀਂ ਇਹ ਦੱਸ ਰਹੇ ਹਾਂ ਕਿ ਵੀ ਅਸੀਂ ਹਰਿਮੰਦਰ ਸਾਹਿਬ ਵਾਲੇ ਅਨਾਜ ਭੇਜਣਾ, ਜਿੱਥੇ ਕਿ ਸਾਰੇ ਲੋਕਾਂ ਲਈ ਲੰਗਰ ਲਾਇਆ ਜਾਂਦਾ ਹੈ ਤੇ ਮੁਸਲਮਾਨ ਬੜੇ ਖੁਸ਼ ਨੇ, ਕਿਉਂਕਿ ਸਾਡਾ ਤਾਂ ਸਿੱਖਾਂ ਨਾਲ ਬਹੁਤ ਜ਼ਿਆਦਾ ਨੇੜਤਾ ਹੈਗੀ, ਸਾਂਝ ਹੈ ਬਹੁਤ ਜ਼ਿਆਦਾ। ਉਹ ਵੀ ਇੱਕ ਰੱਬ ਨੂੰ ਮੰਨਣ ਵਾਲੇ ਨੇ, ਅਸੀਂ ਵੀ ਇੱਕ ਰੱਬ ਨੂੰ ਮੰਨਣ ਵਾਲੇ ਹਾਂ। ਔਰ ਕੁਰਾਨ 'ਚ ਵੀ ਇਹ ਕਿਹਾ ਗਿਆ ਕਿ ਤੁਸੀਂ ਸੂਰਤ ਆਲ ਇਮਰਾਨ 'ਚ ਆਇਤ ਨੰਬਰ 65 'ਚ ਕੁਲ ਯਾ ਅਹਲਲ ਕਿਤਾਬੀ ਤਾਲਊ ਇਲਾ ਕਲਿਮਤਿਨ ਸਵਾਇਨ ਬੈਨਨਾ व बैनकुम अल्ला नाबुदा इल्लल्लाह, ਕਿ ਤੁਸੀਂ ਇਹਨਾਂ ਕਿਤਾਬ ਵਾਲਿਆਂ ਨੂੰ ਕਹੋ ਆਓ ਅਸੀਂ ਉਸ ਗੱਲ 'ਤੇ ਇਕੱਠੇ ਹੋਈਏ ਜਿਹੜੀ ਤੁਹਾਡੇ ਜਦ ਸਾਡੇ ਸਾਂਝੀ ਹੈ। ਉਹ ਕਿਹੜੀ ਗੱਲ ਕਿ ਅਸੀਂ ਇੱਕ ਰੱਬ ਤੋਂ ਇਲਾਵਾ ਕਿਸੇ ਦੀ ਪੂਜਾ ਬੰਦਗੀ ਨਹੀਂ ਕਰਾਂਗੇ। ਅਤੇ ਇਸ ਚੀਜ਼ ਨੂੰ, ਇਸ ਗੱਲ 'ਤੇ ਅਸੀਂ ਇਕੱਠੇ ਹੋ ਕੇ ਸਾਨੂੰ ਚਾਹੀਦਾ ਕਿ ਅਸੀਂ ਇੱਕ ਦੂਸਰੇ ਦੇ ਕੰਮ ਆਈਏ। ਉਸੇ ਦੀ ਕੜੀ ਹੈ ਕਿ ਅਸੀਂ ਅੱਜ ਪਿੰਡਾਂ 'ਚ ਜਾ ਕੇ ਮੁਸਲਮਾਨਾਂ ਕੋਲੋਂ ਔਰ ਸ਼ਹਿਰ 'ਚੋਂ ਵੀ ਮੁਸਲਮਾਨਾਂ ਕੋਲੋਂ ਅਨਾਜ ਇਕੱਠਾ ਕਰ ਰਹੇ ਹਾਂ, ਕਣਕ ਵਗੈਰਾ, ਤਾਂ ਕਿ ਅਸੀਂ ਹਰਿਮੰਦਰ ਸਾਹਿਬ ਦੇ ਲੰਗਰ ਵਾਸਤੇ ਉਹਨੂੰ ਭੇਜਿਆ ਜਾ ਸਕੇ। ਪਰ ਅੱਜ ਤੁਹਾਡੀਆਂ ਜਿਹੜੀਆਂ ਗੱਲਾਂ ਸੁਣ ਕੇ ਮੈਨੂੰ ਨਵਾਬ ਮਲੇਰਕੋਟਲਾ ਦੀ ਵੀ ਯਾਦ ਆ ਗਈ, ਕਿਉਂਕਿ ਉਹ ਵੀ ਹਰੇਕ ਸਾਲ ਜਦੋਂ ਤੱਕ ਜਿਉਂਦੇ ਰਹੇ ਨੇ ਹਰਿਮੰਦਰ ਸਾਹਿਬ ਦੇ ਲੰਗਰ ਦੇ ਲਈ ਅਨਾਜ ਭੇਜਦੇ ਰਹੇ ਨੇ।
ਹਾਂ ਉਹੀ ਦੇਖੋ, ਇਹ ਸਾਡੀਆਂ ਜਿਹੜੀਆਂ ਸਿੱਖ ਮੁਸਲਿਮ ਸਾਂਝਾਂ ਨੇ, ਇਹ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਚੱਲੀਆਂ ਆ ਰਹੀਆਂ ਨੇ। ਉਸੇ ਸਾਂਝ ਨੂੰ ਅੱਗੇ ਵਧਾਉਂਦੇ ਹੋਏ ਨਵਾਬ ਜਿਹੜੇ ਸੀਗੇ ਮਲੇਰਕੋਟਲੇ ਦੇ, ਉਹ ਹਰਿਮੰਦਰ ਸਾਹਿਬ ਵਾਸਤੇ ਲੰਗਰ ਭੇਜਦੇ ਸੀ, ਅਤੇ ਉਸੇ ਸਾਂਝ ਨੂੰ ਜਿੰਦਾ ਕਰਦੇ ਹੋਏ ਅਸੀਂ ਸਿੱਖ ਮੁਸਲਿਮ ਸਾਂਝਾਂ ਵੱਲੋਂ ਇਸ ਵਾਰ ਫਿਰ ਲੰਗਰ ਉੱਥੇ ਹਰਿਮੰਦਰ ਸਾਹਿਬ ਦੇ ਲੰਗਰ ਵਾਸਤੇ ਅਨਾਜ ਭੇਜਣ ਦਾ ਪ੍ਰੋਗਰਾਮ ਬਣਾਇਆ, ਔਰ ਉੱਥੇ ਲੋੜ ਵੀ ਸੀ, ਅਤੇ ਉਸੇ ਲੋੜ ਨੂੰ ਲੈ ਕੇ ਅਸੀਂ ਅੱਜ ਚੱਲ ਰਹੇ ਹਾਂ। ਡਾਕਟਰ ਸਾਹਿਬ, ਗੱਲ ਤਾਂ ਇਹ ਹੈ ਕਿ ਹਰਿਮੰਦਰ ਸਾਹਿਬ ਲਈ ਤੁਸੀਂ ਅਨਾਜ ਇਕੱਠਾ ਕਰ ਰਹੇ ਹੋ, ਪਰ ਲੋਕ ਕੀ ਸੋਚਦੇ ਨੇ? ਕਿਉਂਕਿ ਜਦੋਂ ਤੁਸੀਂ ਸਾਡੇ ਮੁਲਕ ਦੇ ਵਿੱਚ ਰਵਾਇਤ ਇਹ ਹੈ ਕਿ ਆਪਣੇ ਆਪਣੇ ਧਰਮ ਦੀ ਸੋਚੀ ਜਾਂਦੀ ਹੈ, ਅਤੇ ਕਿਉਂਕਿ ਮੁਸਲਮਾਨ ਦੀ ਸੋਚਦਾ, ਸਿੱਖ ਦੀ ਸੋਚਦਾ ਹੈ, ਔਰ ਹਿੰਦੂ ਹੈ ਜਿਹੜਾ ਉਹ ਹਿੰਦੂ ਮਜ਼ਹਬ ਲਈ ਸੋਚਦਾ। ਪਰ ਕਿਹੋ ਜਿਹਾ ਰਿਸਪੌਂਸ ਆਉਂਦਾ ਜਦੋਂ ਤੁਸੀਂ ਮਸਜਿਦਾਂ ਦੇ ਵਿੱਚ ਜਾ ਕੇ ਹਰਿਮੰਦਰ ਸਾਹਿਬ ਦੀ ਗੱਲ ਕਰਦੇ ਹੋ? ਦੇਖੋ, ਪਹਿਲੀ ਗੱਲ ਤਾਂ ਹੈ ਵੀ ਮੈਂ ਜਿਵੇਂ ਦੱਸਿਆ ਵੀ ਕੁਰਾਨ ਵਿੱਚ ਜਿਹੜੀ ਜਗ੍ਹਾ ਨਾ ਯਾ ਅਯੁਹਨ ਨਾਸ ਕਹਿ ਕੇ ਸੰਬੋਧਨ ਕੀਤਾ ਗਿਆ ਹੈ, ਇਨਸਾਨੋ, ਇਹ ਲੋਕੋ, ਉੱਥੇ ਮੁਸਲਮਾਨਾਂ ਦੀ ਗੱਲ ਨਹੀਂ ਕੀਤੀ ਗਈ। ਔਰ ਨਮਾਜ਼ 'ਚ ਵੀ ਜਿਹੜਾ ਹੁੰਦਾ ਅਲਹਮਦੁਲਿਲਾਹ ਰੱਬਿਲ ਆਲਮੀਨ, ਜਿਹੜੀ ਨਮਾਜ਼ ਸ਼ੁਰੂ ਹੁੰਦੀ ਹੈ ਕਿ ਜਿਹੜਾ ਉਸ ਰੱਬ ਤਾਰੀਫਾਂ ਉਸ ਰੱਬ ਨੇ ਜਿਹੜਾ ਸਾਰੇ ਸੰਸਾਰ ਦੇ ਸਾਰੇ ਲੋਕਾਂ ਦਾ ਰੱਬ ਹੈ। ਅਤੇ ਜਦੋਂ ਅਸੀਂ ਸਾਡੀ ਜਿਹੜੀ ਮੁੱਢਲੀ ਸਿੱਖਿਆ ਇਹ ਹੈ ਕਿ ਸਾਰੇ ਬੰਦੇ ਸੰਸਾਰ ਦੇ ਉਸ ਰੱਬ ਦੇ ਪੈਦਾ ਕੀਤੇ ਹੋਏ ਨੇ, ਤਾਂ ਫਿਰ ਹਿੰਦੂ ਮੁਸਲਮਾਨ ਸਿੱਖ ਦੀ ਤਾਂ ਗੱਲ ਨਹੀਂ ਰਹਿ ਜਾਂਦੀ, ਠੀਕ ਹੈ ਨਹੀਂ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਸੀਗੇ, ਜਿਹੜੇ ਨਬੀ ਤੋਂ ਰਹਿਮਤੁਲ ਆਲਮੀਨ ਕਿਹਾ ਗਿਆ, ਸਾਰੇ ਸੰਸਾਰ ਲਈ ਰਹਿਮਤ ਕੀਤਾ ਗਿਆ, ਬਿਆਨ ਕੀਤਾ ਗਿਆ, ਅਤੇ ਉਸੇ ਹੀ ਸਿੱਖਿਆਵਾਂ ਨੂੰ ਮੁੱਖ ਰੱਖ ਕੇ ਅਸੀਂ ਇਹ ਕੰਮ ਕਰ ਰਹੇ ਹਾਂ। ਔਰ ਲੋਕਾਂ ਦਾ ਬੜਾ ਹਾਂ ਪੱਖੀ ਜਿਹੜਾ ਹੈਗਾ ਉਹ ਹੰਗਾਰਾ ਹੈ, ਔਰ ਉਹ ਲੋਕ ਸਮਝਦੇ ਨੇ, ਔਰ ਸਵਾਲ ਵੀ ਕਰਦੇ ਹੋਣਗੇ ਤੁਹਾਨੂੰ। ਹਾਂ, ਕਈ ਵਾਰੀ ਲੋਕ ਕਹਿੰਦੇ ਨੇ, ਪਰ ਲੇਕਿਨ ਇਹ ਜਦੋਂ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ, ਇਸਲਾਮ ਦੀ ਅਸਲ ਸਿੱਖਿਆਵਾਂ ਨੂੰ ਜਾਣਦੇ ਹਾਂ, ਤਾਂ ਉਹ ਲੋਕ ਇਹ ਗੱਲ ਨੂੰ ਸਮਝਦੇ ਨੇ। ਕਿਉਂਕਿ ਜਿਹੜੇ ਲੋਕ ਸਿੱਖਿਆਵਾਂ ਤੋਂ ਦੂਰ ਹੁੰਦੇ ਨੇ, ਉਹ ਇਸ ਤਰ੍ਹਾਂ ਦੇ ਸਵਾਲ ਕਰਦੇ ਨੇ, ਲੇਕਿਨ ਜਦੋਂ ਉਹਨਾਂ ਨੂੰ ਗੱਲ ਦੱਸੀ ਜਾਂਦੀ ਹੈ, ਉਹ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ। ਔਰ ਸਮੇਂ ਦੀ ਲੋੜ ਵੀ ਹੈ, ਅਸੀਂ ਇਕੱਠੇ ਹੋਈਏ, ਜਿਹੜੇ ਘੱਟ ਗਿਣਤੀ ਲੋਕ ਨੇ, ਇੱਕ ਰੱਬ ਨੂੰ ਮੰਨਣ ਵਾਲੇ, ਸਾਡੀ ਸਮੇਂ ਦੀ ਲੋੜ ਹੈ, ਅਸੀਂ ਇਕੱਠੇ ਹੋਈਏ। ਹੁਣ ਤੱਕ ਕਿੰਨਾ ਅਨਾਜ ਜਿਹੜਾ ਤੁਸੀਂ ਇਕੱਠਾ ਕੀਤਾ ਪਿੰਡ ਸ਼ਹਿਰ 'ਚ, ਖਾਸ ਕਰਕੇ ਮਲੇਰਕੋਟਲੇ ਸ਼ਹਿਰ ਦੀ ਗੱਲ ਦੱਸੋ, ਤੁਸੀਂ ਉੱਥੇ ਵੀ ਜਿਹੜਾ ਆਪਣੀ ਸਟਾਲ ਲਾਈ ਸੀ, ਕਿੰਨਾ ਕੁ ਹੁੰਗਾਰਾ ਆਇਆ ਸ਼ਹਿਰ ਦੇ ਵਿੱਚੋਂ? ਨਹੀਂ, ਅੱਛਾ, ਜਿਹਨਾਂ ਤੋਂ ਲੋਕਾਂ ਤੱਕ ਕੋਈ ਮੈਸੇਜ ਪਹੁੰਚ ਗਿਆ, ਉਹਨਾਂ ਵੱਲੋਂ ਅੱਛਾ ਹੁੰਗਾਰਾ ਆ ਰਿਹਾ। ਸਾਡੇ ਕੋਲ ਤਕਰੀਬਨ 100 ਕੁਇੰਟਲ ਦੇ ਕਰੀਬ ਜਿਹੜਾ ਉਹ ਅਨਾਜ ਇਕੱਠਾ ਹੋ ਗਿਆ, ਅਤੇ ਅਸੀਂ ਇਨਸ਼ਾਅੱਲਾ ਸੋਮ ਮੰਗਲਵਾਰ ਤੱਕ ਪ੍ਰੋਗਰਾਮ ਹੈ ਵੀ ਅਸੀਂ ਮਲੇਰਕੋਟਲੇ ਤੋਂ 10-15-20 ਮੁਸਲਮਾਨਾਂ ਦੇ ਮੁੰਡੇ ਇਕੱਠੇ ਹੋ ਕੇ ਬੰਦੇ ਅਸੀਂ ਉੱਥੇ ਹਰਿਮੰਦਰ ਸਾਹਿਬ ਜਾ ਕੇ ਉਹਨਾਂ ਨੂੰ ਦੇ ਕੇ ਆਈਏ। ਜੀ। ਸੋ ਇਹ ਸਨ ਸਿੱਖ ਮੁਸਲਿਮ ਸਾਂਝਾਂ ਦੇ ਸਰਪ੍ਰਸਤ ਡਾਕਟਰ ਮੁਹੰਮਦ ਨਸੀਰ, ਜਿਹੜੇ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਦੇ ਲਈ ਮੁਸਲਮਾਨਾਂ ਤੋਂ ਇਸ ਵੇਲੇ ਅਨਾਜ ਇਕੱਠਾ ਕਰ ਰਹੇ ਨੇ। ਅਨਾਜ ਇਕੱਠਾ ਹੋ ਸਕਦਾ ਸੀ, ਇੱਕ ਬੰਦਾ ਵੀ ਦੇ ਸਕਦਾ ਸੀ, ਪਰ ਡਾਕਟਰ ਮੁਹੰਮਦ ਨਸੀਰ ਸਾਹਿਬ ਦਾ ਕਹਿਣਾ ਹੈ ਕਿ ਇਸ ਅਨਾਜ ਇਕੱਠਾ ਕਰਨ ਪਿੱਛੇ ਇੱਕ ਬਹੁਤ ਵੱਡਾ ਜਿਹੜਾ ਉਹ ਮੈਸੇਜ ਵੀ ਨਾਲੋਂ ਨਾਲ ਸਪਰੈਡ ਕਰਨਾ ਚਾਹੁੰਦੇ ਨੇ। ਸਾਡੇ ਨਾਲ ਪਿੰਡ ਫਰਵਾਹੀ ਦੇ ਕੁਝ ਨੌਜਵਾਨ ਨੇ, ਉਹਨਾਂ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਤੋਂ ਪਹਿਲਾਂ ਕਦੇ ਤੁਹਾਡੇ ਕੋਲ ਕੋਈ ਇੱਦਾਂ ਦਾ ਨੁਮਾਇੰਦਾ, ਕੋਈ ਇੱਦਾਂ ਦਾ ਬੰਦਾ ਆਇਆ ਜਿਹੜਾ ਮਸਜਿਦ ਦੇ ਵਿੱਚ ਆ ਕੇ ਗੁਰਦੁਆਰੇ ਦੇ ਲਈ ਲੰਗਰ ਜਿਹੜੀ ਸੇਵਾ ਕਹਿਣ ਲਈ ਗੱਲ ਕਰਦੇ? ਕੀ ਨਾਂ ਹੈ ਜੀ ਤੁਹਾਡਾ? ਮੇਰਾ ਸਿਕੰਦਰ ਖਾਨ ਹੈ ਜੀ। ਸਿਕੰਦਰ ਜੀ, ਤੁਸੀਂ ਪਹਿਲਾਂ ਕਦੇ ਮਸਜਿਦ ਦੇ ਵਿੱਚ ਐਵੇਂ ਦੇਖਿਆ ਕਿ ਮਸਜਿਦ ਦੇ ਵਿੱਚ ਆ ਕੇ ਗੁਰਦੁਆਰੇ ਦੀ ਗੱਲ ਹੋਈ ਹੋਵੇ? ਨਹੀਂ ਜੀ, ਇੱਦਾਂ ਕੁਛ ਨਹੀਂ, ਪਹਿਲਾਂ ਕਦੇ ਇੱਦਾਂ ਕੋਈ ਗੱਲ ਨਹੀਂ ਹੋਏਗੀ ਪਹਿਲਾਂ ਜੀ। ਕੀ ਲੱਗਿਆ ਡਾਕਟਰ ਸਾਹਿਬ ਦੀਆਂ ਗੱਲਾਂ ਤੋਂ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਉਪਰਾਲਾ ਗਾ ਇਹ। ਇਨਸ਼ਾਅੱਲਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਪਿੰਡ ਦੇ ਵਿੱਚੋਂ ਇਕੱਠਾ ਕਰਕੇ ਡਾਕਟਰ ਸਾਹਿਬ ਦਾ ਸਾਥ ਦਈਏ। ਇਨਸ਼ਾਅੱਲਾ ਜ਼ਿਆਦਾ ਤੋਂ ਜ਼ਿਆਦਾ ਅਸੀਂ ਮਦਦ ਕਰਾਂਗੇ। ਜੀ। ਸੋ ਉਹ ਤੁਸੀਂ ਦੇਖਿਆ ਕਿ ਬੜਾ ਵਧੀਆ ਜਿਹੜਾ ਪਿੰਡ ਵਾਲਿਆਂ ਵੱਲੋਂ ਹੁੰਗਾਰਾ ਜਿਹੜਾ ਡਾਕਟਰ ਮੁਹੰਮਦ ਨਸੀਰ ਸਾਹਿਬ ਦੀ ਇਸ ਮੁਹਿੰਮ ਨੂੰ ਦਿੱਤਾ ਜਾ ਰਿਹਾ। ਸਾਡੇ ਨਾਲ ਪਿੰਡ ਦੇ ਕੁਝ ਹੋਰ ਨੌਜਵਾਨ ਵੀ ਨੇ। ਕੀ ਨਾਂ ਹੈ ਜੀ ਤੁਹਾਡਾ? ਅਮਜਦ ਖਾਨ। ਅਮਜਦ ਜੀ, ਕਦੇ ਸੋਚਿਆ ਸੀ ਵੀ ਡਾਕਟਰ ਮੁਹੰਮਦ ਨਸੀਰ ਸਾਹਿਬ ਵਰਗੇ ਲੋਕ ਵੀ ਮਸਜਿਦਾਂ ਦੇ ਵਿੱਚ ਆਉਣਗੇ ਔਰ ਮੈਂਬਰਾਂ ਦੇ ਉੱਤੋਂ ਇਸ ਤਰੀਕੇ ਦੀ ਭਾਈਚਾਰਕ ਮੈਸੇਜ, ਇੱਕ ਭਾਈਚਾਰਕ ਸਾਂਝ ਦਾ ਸੁਨੇਹਾ ਜਾਏਗਾ? ਨਹੀਂ, ਕਦੇ ਸੋਚਿਆ ਨਹੀਂ ਸੀ। ਕਿਵੇਂ ਲੱਗਿਆ? ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਡਾਕਟਰ ਸਾਹਿਬ ਇਨਸ਼ਾਅੱਲਾ ਬਹੁਤ ਵਧੀਆ ਲੱਗਿਆ ਜੀ, ਭਾਈਚਾਰਾ ਫੈਲੂ ਸਾਡਾ, ਬਹੁਤ ਵਧੀਆ ਲੱਗਿਆ ਇਨਸ਼ਾਅੱਲਾ। ਤੇ ਫਿਰ ਪਿੰਡ ਦੇ ਵਿੱਚੋਂ ਕੀਤਾ ਜਾਏਗਾ ਸਹਿਯੋਗ ਡਾਕਟਰ ਸਾਹਿਬ ਨਾਲ? ਕੀ ਸੋਚਿਆ ਫਿਰ? ਪੂਰਾ ਸਹਿਯੋਗ ਦਿੱਤਾ ਜਾਊਗਾ ਜੀ ਸਾਰੇ ਪਿੰਡ। ਸੋ ਉਹ ਸਾਡੇ ਨਾਲ ਇੱਥੇ ਇਕੱਲੇ ਨੌਜਵਾਨ ਹੀ ਨਹੀਂ, ਸਗੋਂ ਪਿੰਡ ਦੇ ਜਿਹੜੇ ਹੋਰ ਮੌਤਬਰ ਲੋਕ ਵੀ ਨੇ, ਹੈ ਨਾ, ਉਹ ਵੀ ਇਸ ਵੇਲੇ ਡਾਕਟਰ ਮੁਹੰਮਦ ਨਸੀਰ ਸਾਹਿਬ ਨੂੰ ਸੁਣ ਰਹੇ ਸੀ। ਕੀ ਨਾਂ ਹੈ ਜੀ ਤੁਹਾਡਾ? ਸਲਾਮਦੀਨ ਹੈ ਜੀ। ਸਲਾਮਦੀਨ ਸਾਹਿਬ, ਪਹਿਲਾਂ ਤੁਸੀਂ ਇਹ ਦੱਸੋ ਕਿੰਨੀ ਉਮਰ ਹੈ ਤੁਹਾਡੀ? ਸਾਡੀ 62 ਸਾਲ ਦੀ ਉਮਰ ਹੈ ਜੀ। ਤੇ ਸਲਾਮਦੀਨ ਸਾਹਿਬ, ਕਦੇ ਤੁਹਾਡੇ ਆਪਣੀ 62 ਸਾਲਾਂ ਦੀ ਉਮਰ ਦੇ ਵਿੱਚ ਇਦਾਂ ਦਾ ਕਦੇ ਸੁਣਿਆ ਸੀ ਵੀ ਬੰਦਾ ਇਦਾਂ ਆ ਕੇ ਗੱਲ ਕਰੇ? ਨਹੀਂ ਜੀ, ਨਹੀਂ ਕਦੇ ਨਹੀਂ ਸੁਣਿਆ। ਤੇ ਜ਼ਰੂਰਤ ਤਾਂ ਹੈ ਇਸ ਵੇਲੇ? ਹਾਂਜੀ ਹਾਂ, ਜ਼ਰੂਰਤ ਹੈਗੀ ਆ, ਪਰ ਸੰਯੋਗ ਵੀ ਅਸੀਂ ਬਹੁਤ ਦੇਵਾਂਗੇ। ਪਰ ਬਹੁਤ ਵਧੀਆ ਡਾਕਟਰ ਸਾਹਿਬ, ਬੰਦਿਆਂ ਦੀ ਸੋਚ ਵੀ। ਕੀ ਗੱਲ ਸਮਝ ਆਈ ਅੱਜ ਤੁਹਾਨੂੰ ਡਾਕਟਰ ਸਾਹਿਬ ਦੀ? ਸਾਨੂੰ ਸਮਝ ਇਹ ਆਈ ਆ ਵੀ ਆਪਾਂ ਭਾਈਚਾਰਾ ਆਪਣਾ ਸਾਥ ਦੇਵੋ, ਵੀ ਆਪਣੇ ਨਵੀਆਂ ਨੇ ਜੋ ਕੰਮ ਕਰੇ ਨੇ ਵੀ ਔਕਣਾ ਆਪਾਂ ਵੀ ਇਹਨੂੰ ਕਰਨੇ ਚਾਹੀਦੇ ਨੇ। ਵੀ ਆਪਣਾ ਵੱਧ ਤੋਂ ਵੱਧ ਆਪਣਾ ਵੀ ਸਹਿਯੋਗ ਦਿੰਦੇ ਨੇ ਉਹ ਲੋਕ, ਵੀ ਆਪਾਂ ਵੀ ਉਹਨਾਂ ਦਾ ਸਹਿਯੋਗ ਦਿਓ।
ਜੀ ਸੋ ਤੁਸੀਂ ਦੇਖਿਆ ਕਿ ਇਹ ਮਲੇਰਕੋਟਲਾ ਦੇ ਬਿਲਕੁਲ ਨਾਲ ਲੱਗਦਾ ਪਿੰਡ ਫਰਵਾਹੀ ਦੀ ਮਸਜਿਦ ਹੈ, ਜਿੱਥੇ ਸਿੱਖ ਮੁਸਲਿਮ ਸਾਂਝਾਂ ਦੇ ਡਾਕਟਰ ਮੁਹੰਮਦ ਨਸੀਰ ਸਾਹਿਬ ਅੱਜ ਆਏ ਸੀ ਔਰ ਉਹਨਾਂ ਨੇ ਇੱਥੇ ਜੁਮੇ ਦੀ ਨਮਾਜ਼ ਤੋਂ ਪਹਿਲਾਂ ਵੀ ਔਰ ਜੁਮੇ ਦੀ ਨਮਾਜ਼ ਤੋਂ ਬਾਅਦ ਵੀ ਜਿਹੜੇ ਮੌਤਬਰ ਲੋਕ ਨੇ ਉਹਨਾਂ ਨਾਲ ਇੱਥੇ ਮੀਟਿੰਗ ਕੀਤੀ ਹੈ ਔਰ ਉਹਨਾਂ ਨੇ ਇਹੀ ਸੁਨੇਹਾ ਦਿੱਤਾ ਹੈ ਕਿ ਇਸ ਵੇਲੇ ਜ਼ਰੂਰਤ ਹੈਗੀ ਹੈ ਉਹ ਰਿਵਾਇਤਾਂ ਨੂੰ ਮੁੜ ਤੋਂ ਚਾਲੂ ਕਰਨ ਦੀ, ਮੁੜ ਤੋਂ ਸ਼ੁਰੂ ਕਰਨ ਦੀ, ਜੋ ਸਾਡੇ ਬਜ਼ੁਰਗਾਂ, ਸਾਡੇ ਦਾਦੇ ਪੜਦਾਦਿਆਂ ਦੀਆਂ ਸਾਂਝਾਂ ਸਿੱਖ ਭਾਈਚਾਰੇ ਨਾਲ ਸਨ। ਨਵਾਬ ਹੋਰਾਂ ਦੀਆਂ ਉਹ ਰਵਾਇਤਾਂ, ਨਵਾਬੀ ਸ਼ਹਿਰ ਦੀਆਂ ਉਹ ਰਵਾਇਤਾਂ ਮੁੜ ਤੋਂ ਤੋੜਨ ਦੀ ਜ਼ਰੂਰਤ ਹੈ, ਕਿਉਂਕਿ ਇਸ ਵੇਲੇ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਅਜਿਹੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਸਮਾਨਤਾਵਾਂ ਨੇ, ਜਿਸ ਦੇ ਆਧਾਰ 'ਤੇ ਅਸੀਂ ਇਕੱਠੇ ਹੋ ਕੇ ਮਨੁੱਖਤਾ ਦੀ, ਮਾਨਵਤਾ ਦੀ ਸੇਵਾ ਕਰ ਸਕਦੇ ਹਾਂ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਪਿੰਡ ਫਰਵਾਹੀ।